ਵਾਹਿਗੁਰੂ ਜੀ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਨ। ਗੁਰੂ ਅਮਰਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਰਾਗ ਰਾਮਕਲੀ ਦੀ ਵਾਰ ਦੀ ਵਿਚਾਰ ਅਸੀਂ ਆਰੰਭ ਕੀਤੀ ਸੀ ਪਿਛਲੇ ਹਫ਼ਤੇ। ਅੱਜ ਪੌੜੀ ਨੰਬਰ 3 ਅਤੇ ਉਸ ਦੇ ਨਾਲ ਜਿਹੜੇ ਸ਼ਲੋਕ ਹਨ ਉਹਨਾਂ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਜੀ। ਔਰ ਸਭ ਤੋਂ ਪਹਿਲਾਂ ਪੌੜੀ ਨੰਬਰ 3 ਦਾ ਜੋ ਪਹਿਲਾ ਸ਼ਲੋਕ ਹੈ ਉਸ ਦਾ ਪਾਠ ਕਰਦੇ ਹਾਂ। ਸ਼ਲੋਕ ਮਹਲਾ ਤੀਜਾ। परम भुलाई सब जग फिरी आवी हुई भाल सो शो शांत न देवई क्या चलै तिस नाल पुर प्रसादी हर ध्याइयै अंतर रखियै उर धार नानक घर बैठिया शो पाया जा कृपा कीती करता। इस श्लोक ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਆਮ ਸਮਾਜ ਦੇ ਅੰਦਰ ਜੋ ਇੱਕ ਭੁਲੇਖਾ ਹੈ ਲੋਕਾਂ ਨੂੰ ਕਿ ਪਰਮਾਤਮਾ ਨੂੰ ਲੱਭਣ ਵਾਸਤੇ ਕੋਈ ਫਿਜ਼ੀਕਲ ਐਫਰਟ ਕਰਨੇ ਪੈਂਦੇ ਹਨ, ਕੋਈ ਉਚੇਚੇ ਕੰਮ ਕਰਨੇ ਪੈਂਦੇ ਹਨ ਜਿੱਥੇ ਪਰਮਾਤਮਾ ਨੂੰ ਜਿਸਨਾਂ ਦੇ ਨਾਲ ਪਰਮਾਤਮਾ ਨੂੰ ਲੱਭਿਆ ਜਾ ਸਕਦਾ ਹੈ। ਇਹ ਖਾਸ ਤੌਰ ਤੇ ਭਾਰਤੀ ਸਮਾਜ ਦੇ ਵਿੱਚ ਤਾਂ ਬਹੁਤ ਪੁਰਾਣੇ ਸਮੇਂ ਤੋਂ ਇਹੋ ਜਿਹੇ ਵਿਚਾਰ ਪ੍ਰਚਲਿਤ ਸਨ ਕਿ ਜੇ ਪਰਮਾਤਮਾ ਦੇ ਨਾਲ ਕੋਈ ਸੰਬੰਧ ਜੋੜਨਾ ਹੈ, ਪਰਮਾਤਮਾ ਨੂੰ ਲੱਭਣਾ ਹੈ ਤਾਂ ਘਰ-ਬਾਰ ਦਾ ਤਿਆਗ ਕਰਨਾ ਪਵੇਗਾ। ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਨਾਲ ਮਿਲਿਆ ਨਹੀਂ ਜਾ ਸਕਦਾ। ਇਹ ਵਿਚਾਰ ਭਾਰਤੀ ਸਮਾਜ ਵਿੱਚ ਖਾਸ ਤੌਰ ਤੇ ਸਨਾਤਨ ਮਤ ਦੇ ਜੋ ਧਾਰਮਿਕ ਵਿਚਾਰ ਸਨ ਉਹਨਾਂ ਦੇ ਰਾਹੀਂ ਇਹ ਵਿਚਾਰ ਪ੍ਰਚਲਿਤ ਕੀਤਾ ਗਿਆ। ਗੁਰੂ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਔਰ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਸਾਹਿਬਾਨ ਉਹਨਾਂ ਦੇ ਮੈਸੇਜ ਨੂੰ ਅੱਗੇ ਪ੍ਰੋਪਗੇਟ ਕਰਦੇ ਰਹੇ, ਸਭ ਨੇ ਹੀ ਇਸ ਵਿਚਾਰ ਨਾਲ ਅਸਹਿਮਤੀ ਪ੍ਰਗਟ ਕੀਤੀ ਔਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਦੁਨੀਆ ਨੂੰ ਤਿਆਗਣ ਦੀ ਕੋਈ ਲੋੜ ਨਹੀਂ ਹੈ, ਘਰ-ਬਾਰ ਤਿਆਗਣ ਦੀ ਕੋਈ ਲੋੜ ਨਹੀਂ ਹੈ। ਪ੍ਰਭੂ ਦਾ ਪਿਆਰ, ਪ੍ਰਭੂ ਦੇ ਨਾਲ ਸਾਂਝ ਪਾਉਣ ਵਾਸਤੇ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆਂ, ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਭੂ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਿਆ ਜਾ ਸਕਦਾ ਹੈ। ਇਸ ਸ਼ਲੋਕ ਦੇ ਅੰਦਰ ਵੀ ਇਸੇ ਹੀ ਵਿਚਾਰ ਨੂੰ ਦ੍ਰਿੜ ਕਰਵਾਇਆ ਗਿਆ ਹੈ। ਉਹ ਜਿਹੜੇ ਸਗੋਂ ਘਰ-ਬਾਰ ਦਾ ਤਿਆਗ ਕਰਕੇ ਜੰਗਲਾਂ 'ਚ ਜਾਂਦੇ ਨੇ, ਪਹਾੜਾਂ 'ਤੇ ਚਲੇ ਜਾਂਦੇ ਨੇ, ਗ੍ਰਸਥ ਦਾ ਤਿਆਗ ਕਰ ਦਿੰਦੇ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਇਸ਼ਾਰੇ ਦੇ ਨਾਲ ਭੁਲੇਖੇ ਦੇ ਵਿੱਚ ਭਟਕਦੇ ਹੋਏ ਕਰਕੇ ਬਿਆਨ ਕੀਤਾ ਹੈ। ਸੋ ਭਾਵੇਂ ਗੱਲ ਉਹਨਾਂ ਨੇ ਫਸਟ ਪਰਸਨ 'ਚ ਕੀਤੀ ਹੈ, ਪਰ ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਗੁਰੂ ਸਾਹਿਬਾਨ ਨੇ ਆਪਣੇ ਪਰਸਨਲ ਜੀਵਨ ਦੇ ਵਿੱਚ ਕੋਈ ਐਸਾ ਕੰਮ ਆਪ ਨਹੀਂ ਕੀਤਾ ਕਿ ਉਹਨਾਂ ਨੇ ਘਰ-ਬਾਰ ਦਾ ਤਿਆਗ ਕੀਤਾ ਹੋਵੇ ਜਾਂ ਗ੍ਰਸਥ ਦਾ ਤਿਆਗ ਕੀਤਾ ਹੋਵੇ। ਉਹ ਜੋ ਇਸ ਸ਼ਲੋਕ ਦੇ ਵਿੱਚ ਨਾਲ ਸਿਚੁਏਸ਼ਨ ਬਿਆਨ ਕਰ ਰਹੇ ਹਨ, ਐਸੇ ਹੀ ਉਹਨਾਂ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ, ਉਹਨਾਂ ਲੋਕਾਂ ਨੂੰ ਗੱਲ ਸਮਝਾਉਣ ਵਾਸਤੇ ਫਸਟ ਪਰਸਨ ਦੇ ਵਿੱਚ ਲੈ ਕੇ ਸਮਝਾਉਣ ਦਾ ਯਤਨ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਭਰਮ ਭੁਲਾਈ ਸਭ ਜਗ ਫਿਰੀ ਪਾਵੀ ਹੋਈ ਭਾਲ। ਤੇ ਭੁਲੇਖੇ ਵਿੱਚ ਭੁੱਲੀ ਹੋਈ ਮੈਂ ਸਾਰੇ ਜਗਤ ਦੇ ਵਿੱਚ ਘੁੰਮਦੀ ਫਿਰਦੀ ਰਹੀ, ਢੂੰਡਦੀ ਰਹੀ ਤੇ ਪ੍ਰਭੂ ਨੂੰ ਲੱਭ ਕੇ ਹਾਵੀ ਹੋ ਗਈ, ਖਪ ਗਈ, ਪਰੇਸ਼ਾਨ ਹੋ ਗਈ। ਭਰਮ ਭੁਲਾਈ, ਭਰਮ ਦੇ ਮੈਨੂੰ ਸਿਆਰੀ ਹੈ। ਭਰਮ ਦੇ ਵਿੱਚ ਭਾਵ ਭੁਲੇਖੇ ਦੇ ਵਿੱਚ ਕਿਸੇ ਐਸੇ ਵਿਚਾਰ ਨੂੰ ਮਨ ਵਿੱਚ ਰੱਖ ਕੇ ਜੋ ਠੀਕ ਨਹੀਂ ਸੀਗਾ, ਜੋ ਗਲਤ ਸਿਧਾਂਤ, ਗਲਤ ਵਿਚਾਰ ਸੀ, ਉਸ ਨੂੰ ਸਹੀ ਮੰਨ ਕੇ ਉਸ ਭੁਲੇਖੇ ਵਿੱਚ ਪੈ ਕੇ ਮੈਂ ਸਾਰੇ ਜਗਤ ਦੇ ਵਿੱਚ ਪਰਮਾਤਮਾ ਨੂੰ ਲੱਭਣ ਦੀ ਖਾਤਰ ਭਟਕਦੀ ਫਿਰਦੀ ਰਹੀ। ਤੇ ਇਸ ਯਤਨ ਦਾ ਸਦਕਾ
परमात्मा ਨੂੰ ਲੱਭ ਲੱਭ ਕੇ ਮੈਂ ਹਾਵੀ ਹੋ ਗਈ। ਹਾਵੀ ਹੋਣ ਦਾ ਮਤਲਬ ਹੁੰਦਾ ਹੈ ਕਿ ਬਿਲਕੁਲ ਹੀ ਫਰਸਟ੍ਰੇਟ ਹੋ ਜਾਣਾ, ਦੁਖੀ ਹੋ ਜਾਣਾ ਕੋਈ ਕੰਮ ਨੂੰ ਜਿਹਦੇ ਤੋਂ ਕੋਈ ਰਿਜ਼ਲਟ ਨਾ ਮਿਲੇ। तो एक तो इतने फर्स्ट पर्सन की टर्म्स यूज की गई हैं और फैमिनिन जो है जेंडर दे इस्तेमाल किया गया है। तो वो सिर्फ ये भाव देने वास्ते कि ये जो अवस्था है, ये जो परेशानी है, जो भुलेखा है, ये सब जीव इस्त्रियों के उत्ते लागू होंदा है। गुरबाणी के अंदर चाहे कोई पुरुष है चाहे स्त्री है, ਮਨੁੱਖਾ ਜੀਵਨ ਦੇ ਜਿਹੜੇ ਜੀਣ ਵਾਲੇ ਇਨਸਾਨ ਹਨ, ਉਹਨਾਂ ਨੂੰ ਜੀਵ ਇਸਤਰੀ ਦੇ ਰੂਪ ਦੇ ਵਿੱਚ ਹੀ ਤਸੱਵਰ ਕੀਤਾ ਗਿਆ ਹੈ, ਬਿਆਨ ਕੀਤਾ ਗਿਆ ਹੈ। ਤਾਂ ਜੀਵ ਇਸਤਰੀ ਦੇ ਪੱਖ ਤੋਂ ਗੁਰੂ ਸਾਹਿਬ ਇਹ ਗੱਲ ਬਿਆਨ ਕਰ ਰਹੇ ਹਨ ਕਿ ਭਰਮ ਭੁਲਾਈ ਸਭ ਜਗ ਫਿਰੀ ਹਾਵੀ ਹੋਈ ਭਾਲ। ਭਾਲ ਦੇ ਲੱਲੇ ਨੂੰ ਸਿਆਰੀ ਹੈ, ਭਾਲ ਕੇ ਲੱਭ ਕੇ। ਉਹ ਜੀਵ ਇਸਤਰੀ ਦੇ ਵੱਲੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਭੁਲੇਖੇ ਵਿੱਚ ਰੁੱਝੀ ਹੋਈ, ਭੁਲੇਖੇ ਦੇ ਵਿੱਚ ਭੁੱਲੀ ਹੋਈ ਪਰਮਾਤਮਾ ਨੂੰ ਲੱਭਣ ਵਾਸਤੇ ਸਾਰਾ ਜਗਤ ਲੱਭਦੀ ਰਹੀ, ਭਾਉਂਦੀ ਰਹੀ ਤੇ ਲੱਭ ਲੱਭ ਕੇ ਖੱਪ ਗਈ, ਦੁਖੀ ਹੋ ਗਈ। ਪਰ ਇਸ ਤਰੀਕੇ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਉਹ ਅਗਲੀ ਪੰਕਤੀ ਜਿਸੇ ਗੱਲ ਨੂੰ ਹੋਰ ਖੋਲ ਕੇ ਸਮਝਾਉਂਦੇ ਹਨ ਕਿ ਸੋ ਸ਼ੋ ਸ਼ਾਂਤ ਨਾ ਦੇਵਈ ਕਿਆ ਚੱਲੈ ਤਿਸਨੂੰ। ਸੋ ਸ਼ੋ ਸ਼ਾਂਤ ਨਾ ਦੇਵਈ ਕਿਆ ਚੱਲੈ ਤਿਸ ਨਾਲ। ਸ਼ੋ ਦਾ ਅਰਥ ਮਾਲਕ। तो जिस मालक ਨੂੰ, जिस परमात्मा ਨੂੰ ਲੱਭਣ ਦੇ ਵਾਸਤੇ मैं ये खज्जल खुआर ਹੁੰਦੀ ਰਹੀ, ਆਉਂਦੀ ਰਹੀ, ਭਟਕਦੀ ਰਹੀ, ਉਹ ਉਸ ਦਾ ਮਿਲਾਪ ਮੈਨੂੰ ਹਾਸਲ ਨਹੀਂ ਹੋਇਆ। ਜੋ ਉਸ ਦੇ ਮਿਲਾਪ ਵਿੱਚੋਂ ਮੈਨੂੰ ਸ਼ਾਂਤੀ ਜਾਂ ਖੁਸ਼ੀ ਮਿਲਣੀ ਸੀ, ਜੋ ਸੁੱਖ ਮਿਲਣਾ ਸੀ, ਉਹ ਪ੍ਰਾਪਤ ਨਹੀਂ ਹੋਇਆ। एक मिनट की प्लीज होल्ड करना, एक टेलीफोन बार बार आ रहा है। तो जिस मिलाप का सदका परमात्मा पासों शांति मिलनी सी, खुशी मिलनी सी, वो उस मालक दे मिलाप ना मिलन करके नहीं प्राप्त हुई। पर ये ਉਹਦਾ बनाया होया नियम है, ਉਹਦੀ ਮਰਿਆਦਾ ਹੈ ਕਿ ਉਹ ਪਰਮਾਤਮਾ ਜੰਗਲਾਂ ਦੇ ਵਿੱਚੋਂ, ਬਿਆਬਾਨਾਂ ਦੇ ਵਿੱਚੋਂ, ਪਹਾੜਾਂ ਦੀਆਂ ਕੰਧਰਾਂ ਦੇ ਵਿੱਚੋਂ ਨਹੀਂ ਮਿਲਦਾ। ਉਹ ਮਿਲਦਾ ਹੈ ਆਪਣੇ ਹਿਰਦੇ ਦੇ ਅੰਦਰੋਂ। ਸੋ ਜੋ ਉਸ ਪਰਮਾਤਮਾ ਨੇ ਨਿਯਮ ਬਣਾਇਆ ਹੋਇਆ ਹੈ, ਜੋ ਮਰਿਆਦਾ ਬਣਾਈ ਹੋਈ ਹੈ, ਉਹਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਗੁਰੂ ਸਾਹਿਬ ਇਹੀ ਗੱਲ ਇਸ ਪੰਕਤੀ 'ਚ ਕਹਿੰਦੇ ਹਨ ਕਿ ਸੋ ਸ਼ੋ ਸ਼ਾਂਤ ਨਾ ਦੇਵਈ ਕਿਆ ਚੱਲਾ ਤਿਸ ਨਾਲ। ਕਿਆ ਚੱਲਾ ਤਿਸ ਨਾਲ ਤੋਂ ਭਾਵ ਹੈ ਕਿ ਉਹਦੇ ਨਾਲ ਕਿਹਦਾ ਜ਼ੋਰ ਚੱਲ ਸਕਦਾ ਹੈ। ਕਿ ਕੋਈ ਉਹਨੂੰ ਪਰਮਾਤਮਾ ਨੂੰ ਕਹੇ ਕਿ ਤੂੰ ਆਪਣਾ ਨਿਯਮ ਬਦਲ ਦੇ, ਤੂੰ ਆਪਣਾ ਢੰਗ ਬਦਲ ਦੇ, ਆਪਣੀ ਮਰਿਆਦਾ ਬਦਲ ਦੇ, ਇਹ ਮੁਮਕਿਨ ਨਹੀਂ ਹੈ। तो जो परमात्मा ने ये जगत दे वास्ते नियम बनाया है कि परमात्मा ਨੂੰ ਲੱਭਣ ਦੇ ਵਾਸਤੇ ਜੰਗਲਾਂ 'ਚ ਫਿਰਨਾ, ਭਟਕਣਾ ਫਿਰਨਾ ਵਿਅਰਥ ਹੈ। ਜੇ ਉਸ ਨਾਲ ਮਿਲਾਪ ਕਰਨਾ ਹੈ ਤਾਂ ਉਹ ਆਪਣੇ ਹਿਰਦੇ ਦੇ ਅੰਦਰੋਂ ਹੀ, ਆਪਣੇ ਅੰਦਰੋਂ ਹੀ ਉਹਦੇ ਨਾਲ ਜੋੜ ਜੁੜਿਆ ਜਾ ਸਕਦਾ ਹੈ। ਇਸ ਨਿਯਮ ਨੂੰ ਕੋਈ ਦੁਨੀਆ ਦਾ ਕੋਈ ਬੰਦਾ ਤਬਦੀਲ ਨਹੀਂ ਕਰ ਸਕਦਾ। ਜੋ ਪਰਮਾਤਮਾ ਨੇ ਨਿਯਮ ਬਣਾਏ ਹਨ ਉਹੀ ਲਾਗੂ ਹੋਣਗੇ। ਸੋ ਸ਼ੋ ਸ਼ਾਂਤ ਨਾ ਦੇਵਈ ਕਿਆ ਚੱਲੈ ਤਿਸ ਨਾਲ। ਉਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕੋਈ ਉਹਦੇ ਨਿਯਮਾਂ ਨੂੰ ਬਦਲ ਨਹੀਂ ਸਕਦਾ। तो इसलिए फिर इंसान वास्ते की करना बनता है। वो अगली पंक्ति गुरु साहब समझाते हैं कि गुर प्रसादी हर ध्याईए अंतर रखिए उर तार। ਉਹਦਾ ਤਰੀਕਾ ਹੈ ਪਰਮਾਤਮਾ ਦੇ ਨੇੜਤਾ ਹਾਸਲ ਕਰਨ ਦਾ, ਪਰਮਾਤਮਾ ਦੇ ਨਾਲ ਪਿਆਰ ਦਾ ਰਿਸ਼ਤਾ ਜੋੜਨ ਦਾ, ਕਿ ਗੁਰੂ ਦੀ ਕਿਰਪਾ ਦਾ ਸਦਕਾ ਪ੍ਰਭੂ ਦਾ ਧਿਆਨ ਕੀਤਾ ਜਾਵੇ। ਹਰੀ ਧਿਆਈ ਹੈ, ਹਰੀ ਦਾ ਧਿਆਨ ਧਰਿਆ ਜਾਵੇ, ਪਰ ਗੁਰੂ ਦੀ ਕਿਰਪਾ ਦਾ ਸਦਕਾ। ਗੁਰੂ ਦੀ ਕਿਰਪਾ ਦਾ ਭਾਵ ਕੀ ਹੈ? ਜੋ ਗੁਰੂ ਸਿੱਖਿਆ ਦਿੰਦਾ ਹੈ,
जो गुरु उपदेश करता है उस उपदेश की विचार करके उन्होंने समझ के उसनों अपने जीवन च अपना लिया जाए। जीवन के अंदर वही कर्म किए जान जो गुरु की सिक्ख्या के अनुकूल हो। गुरप्रसादी हर ध्याई है। हरि का ध्यान करना, हरि का नाम जपना, हरि की याद ਨੂੰ ਹਿਰਦੇ 'ਚ ਵਸਾਉਣਾ, ਇਹ ਗੁਰੂ ਦੇ ਦੱਸੇ ਹੋਏ ਢੰਗ ਦੇ ਨਾਲ ਹੀ ਮੁਮਕਿਨ ਹੋ ਸਕਦਾ ਹੈ। तो यही गल गुरु साहब कर रहे हैं। गुर प्रसादी हर ध्याई है, अंतर रखिए उर तार। उर का अर्थ है हिरदा। हिरदे के अंदर अपने हिरदे के अंदर उन्होंने टिका के ਉਹਦੀ याद ਨੂੰ ਉਹਦੇ नाम ਨੂੰ टिका के रखिए ताकि जीवन के हर पक्ष ਦੇ हर काम ਕਰਨ ਵੇਲੇ जीवन का हर पल जो साडा बीतता है वो प्रभु की याद के नाल जुड़िया होया बतीत। जिंदगी का कोई भी श्वास कोई पल भी प्रभु ਨੂੰ ਭੁਲਾਇਆ ना जाए। हर समय हर छिन हर पल प्रभु की याद साडे अंदर वसी रहे। ये गुरु की सिक्ख्या का नतीजा होना चाहिए है। उसे ढंग के नाल ही सानू जीवन बतीत करना चाहिए है। तो यही ये पंक्ति सानू यही डायरेक्शन देती है, सेध बख्शती है कि गुर प्रसादी हर ध्याई है, अंतर रखिए उर तार। कि ਉਹਦੇ ਧਿਆन ਉਹਦੀ याद ਨੂੰ अपने ਹਿਰਦੇ ਦੇ ਵਿੱਚ ਟਿਕਾ ਕੇ ਰੱਖੀਏ। ਜੇ ऐसा कर लीए अगर ये मुमकिन हो जाए तो नतीजा की होएगा, नानक घर बैठिया शौ पाया या कृपा कीती करता। तो अगर जे कृपा करतार दी मालक दी वो जो सृष्टि का सृजनहार है करता है ਉਹਦੀ जे बख्शिश हो जाए तो घर बैठिया ही वो मालक पाया जा सकता है। फिर सारे जग च फिर के फावे होने का खपन का खज्जल खुआर होने का कोई मकसद नहीं है, कोई परपज नहीं है, कोई करन की लोड़ नहीं है। ये सब कुछ घर बैठिया ही वो शौ वो मालक मिल सकता है, ਉਹਦੇ ਨਾਲ मिलाप हो सकता है। जो खुशी जो शांति जो जीवन ਦੇ ਵਿੱਚ ਖੇੜਾ जो आनंद की प्राप्ति प्रभु मिलाप के नाल होनी हुंदी है वो घर बैठिया ही प्राप्त हो सकती है, बशर्ते प्रभु की कृपा साडे उत्ते हो जाए। ते प्रभु की कृपा का इको एक तरीका है कि गुर प्रसादी हर ध्याई है। गुरु के दिते हुए उपदेश का सदका गुरु की बख्शी हुई जीवन जाच के अनुसार जीवन जीवना ही इको एक तरीका है प्रभु की कृपा के पात्र बनने का। तो इस श्लोक के अंदर घर बार त्याग के बाहर भटकन की थां घर के अंदर रहिंदियां होया नॉर्मल जीवन जीउंदियां होया गुरु के उपदेश ਨੂੰ मन के प्रभु का ध्यान प्रभु की याद ਨੂੰ ਹਿਰਦੇ 'ਚ ਵਸਾਉਣ की सिक्ख्या दी गई है। और इस ढंग के नाल प्रभु की कृपा का पात्र बन के प्रभु के नाल मिलाप हासिल किया जा सकता है। यही इस श्लोक के गुरु पातशाह का साडे वास्ते सुनेहा है। अगला श्लोक जोड़ा है वो भी गुरु अमरदास पातशाह का उच्चारण किया होया है। और इस श्लोक के अंदर जो आम तौर के उत्ते गृहस्थ ਦੇ ਵਿੱਚ ਜਿਉਂਦਿਆਂ ਹੋਇਆਂ इंसान जिस ਭੁਲੇਖੇ ਵਿੱਚ ਪੈ ਜਾਂਦੇ ਹਨ और जिस ਜ਼ਿੰਮੇਵਾਰੀ ਨੂੰ ਭੁੱਲ ਜਾਂਦੇ ਹਨ ਉਸ ਪਾਸੇ ਵੱਲ ਧਿਆਨ ਸਾਡਾ ਦਿਵਾ ਰਹੇ ਹਨ ਕਿ ਕਿਵੇਂ ਬਿਨਾਂ ਗ੍ਰਸਤ ਦਾ ਤਿਆਗ ਕੀਤਿਆਂ इस गृहस्थी जीवन के अंदर रहंदियां होया भी प्रभु के नाल मिलाप हासिल हो सकता है। उस गल ਨੂੰ खोल के समझाते हैं। तो पहला पॉइंट आउट करते हैं वो गलतियां जो आम सधारण मनुख ਜਿਹੜੇ गुरु की सिक्ख्या नहीं लैंदे, ਜਿਹੜੇ गुरु पासों जीवन जाच नहीं अपनाते वो किहो जिहा जीवन जिउंदे हैं। ਤੇ फिर जे गुरु की कृपा के पात्र बन जाते हैं गुरु का उपदेश ग्रहण कर लेंगे हैं तो जीवन किहो जिहा हो जाता है। तो इस श्लोक में गुरु अमरदास पातशाह फरमाते हैं कि धंधा तावत दिन गया रैन गवाई सोए कूड़ बोल बिक खाया मनमुख चलिया रोए। सिरे उपर जम डंड है दूजा पाए पत खोए हर नाम कदे ना चेत्यो। फिर
ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨ ਲਾਗੈ ਕੋਏ, ਨਾਨਕ ਸਹਿਜੇ ਮਿਲ ਰਹਿ ਕਰਮ ਪ੍ਰਾਪਤ ਹੋਏ। ਦੋ ਹਿੱਸਿਆਂ ਦੇ ਵਿੱਚ ਇਸ ਸ਼ਲੋਕ ਦੀ ਵਿਚਾਰ ਅਸੀਂ ਸਮਝ ਸਕਦੇ ਹਾਂ। ਪਹਿਲਾ ਹਿੱਸਾ ਆਮ ਦੁਨੀਆਦਾਰ ਦੇ ਜੋ ਜੀਵਨ ਜਾਚ ਹੈ, ਜੋ ਜੀਵਨ ਸ਼ੈਲੀ ਹੈ, ਉਹਦਾ ਬਿਆਨ ਹੈ, ਤੇ ਦੂਜੇ ਹਿੱਸੇ ਦੇ ਅੰਦਰ ਫਿਰ ਸੇਧ ਮਿਲੀ ਹੈ ਕਿ ਕਿਸ ਤਰੀਕੇ ਨਾਲ ਇਹ ਜੋ ਦੁਨੀਆਦਾਰ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ ਜੀਵਨ ਨੂੰ ਤਬਦੀਲ ਕਰਕੇ ਇਹ ਜੀਵਨ ਦੇ ਮਕਸਦ ਦੀ ਪ੍ਰਾਪਤੀ ਕਰ ਸਕਦਾ ਹੈ। ਤੋ ਜੋ ਸਧਾਰਨ ਮਨੁੱਖ ਜੋ ਗੁਰੂ ਦੀ ਸਿੱਖਿਆ ਨੂੰ ਨਹੀਂ ਸਮਝਦਾ, ਨਹੀਂ ਅਪਣਾਉਂਦਾ, ਉਹਦਾ ਹਾਲ ਹੁੰਦਾ ਹੈ ਕਿ ਧੰਦਾ ਧਾਵਤ ਦਿਨ ਗਿਆ, ਰੈਣ ਗਵਾਈ ਸੋ। ਇਹ ਇਨਸਾਨ ਆਪਣੇ ਮਨ ਦੇ ਮਗਰ ਲੱਗ ਕੇ ਜੋ ਚੀਜ਼ਾਂ ਮਨ ਨੂੰ ਚੰਗੀਆਂ ਲੱਗਦੀਆਂ ਹਨ, ਉਹਨਾਂ ਚੀਜ਼ਾਂ ਨੂੰ ਕਰਨ ਵਾਸਤੇ, ਉਹਨਾਂ ਚੀਜ਼ਾਂ ਦੀ ਪ੍ਰਾਪਤੀ ਦੇ ਵਾਸਤੇ ਦਿਨ ਦਾ ਸਾਰਾ ਸਮਾਂ ਉਹ ਧੰਦਿਆਂ ਦੇ ਵਿੱਚ ਧਨ ਕਮਾਉਣ ਦੇ ਵਾਸਤੇ ਜਾਂ ਮਾਇਆ ਦੇ ਹੋਰ ਸਾਧਨ ਇਕੱਤਰ ਕਰਨ ਦੇ ਵਾਸਤੇ ਸਾਰਾ ਸਮਾਂ ਬਤੀਤ ਕਰ ਦਿੰਦਾ ਹੈ। ਧੰਦਾ ਧਾਵਤ, ਧਾਵਤ ਦਾ ਅਰਥ ਹੁੰਦਾ ਹੈ ਦੌੜਨਾ। ਤੋ ਧੰਦਾ ਮਤਲਬ ਮਾਇਕ ਪਦਾਰਥਾਂ ਦੀ ਪ੍ਰਾਪਤੀ ਦੇ ਵਾਸਤੇ ਕੀਤੇ ਗਏ ਯਤਨ। ਇਹਨਾਂ ਕੰਮਾਂ ਦੇ ਵਿੱਚ ਹੀ ਇਨਸਾਨ ਦਾ ਸਾਰਾ ਦਿਨ ਬਤੀਤ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਵੱਧ ਤੋਂ ਵੱਧ ਮਾਇਕ ਸਾਧਨ ਇਕੱਠੇ ਕੀਤੇ ਜਾਣ। ਤੇ ਰਹਿਣ ਗਵਾਈ ਸੋਏ, ਤੇ ਰਾਤ ਜਿਹੜੀ ਹੈ ਉਹ ਸੌ ਕੇ ਬਤੀਤ ਹੋ ਜਾਂਦੀ ਹੈ। ਸੋ ਸਾਰਾ ਦਿਨ ਔਰ ਸਾਰੀ ਰਾਤ ਜੋ ਹੈ ਉਹ ਮਾਇਆ ਦੇ ਪ੍ਰਭਾਵ ਦੇ ਅਧੀਨ ਹੀ ਜੀਵਨ ਦੀ ਬਤੀਤ ਹੁੰਦੀ ਹੈ। ਤੋ ਇਹ ਮਨ ਦੇ ਮਗਰ ਚੱਲਣ ਵਾਲੇ ਇਨਸਾਨ ਦਾ ਫਿਰ ਹਾਲ ਕੀ ਹੁੰਦਾ ਹੈ ਕਿ ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ। ਤੋ ਇਹਨਾਂ ਧੰਦਿਆਂ ਦੇ ਵਿੱਚ ਖਚਤ ਹੋਇਆ ਇਨਸਾਨ ਵੱਧ ਤੋਂ ਵੱਧ ਮਾਇਆ ਦੇ ਸਾਧਨ, ਮਾਇਆ ਦੇ ਸੁਖ ਆਰਾਮ ਦੇ ਸਾਧਨ ਇਕੱਠੇ ਕਰਨ ਦੀ ਖਾਤਰ ਇਨਸਾਨ ਜੀਵਨ ਦੇ ਅੰਦਰ ਕੂੜ ਬੋਲਦਾ ਹੈ, ਝੂਠ ਬੋਲਦਾ ਹੈ। ਬਿਖ ਖਾਇਆ ਮਤਲਬ ਵਿਸ਼ੇ ਵਿਕਾਰਾਂ ਵਾਲੇ ਕਰਮ, ਉਹ ਮਾੜੇ ਕਰਮ ਕਰਦਾ ਹੈ ਜਿਨ੍ਹਾਂ ਦੇ ਰਾਹੀਂ ਉਹਨੂੰ ਉਮੀਦ ਹੁੰਦੀ ਹੈ ਕਿ ਆਪਣੇ ਹੱਕ ਤੋਂ, ਆਪਣੀ ਮਿਹਨਤ ਤੋਂ ਵੀ ਜ਼ਿਆਦਾ ਧਨ ਇਕੱਠਾ ਕੀਤਾ ਜਾ ਸਕਦਾ ਹੈ, ਜ਼ਿਆਦਾ ਤੋਂ ਜ਼ਿਆਦਾ ਮਾਇਕ ਪਦਾਰਥ ਇਕੱਠੇ ਕੀਤੇ ਜਾ ਸਕਦੇ ਹਨ। ਉਹਦੇ ਵਾਸਤੇ ਧਾਰਮਿਕ ਅਸੂਲਾਂ ਦਾ, ਜੋ ਚੰਗੇ ਆਚਰਨ ਦਾ ਤਿਆਗ ਕਰਕੇ ਮਾੜੇ ਕਰਮ ਇਨਸਾਨ ਅਪਣਾ ਲੈਂਦਾ ਹੈ। ਆਪਣੇ ਮਨ ਦੇ ਮਗਰ ਚੱਲਿਆ ਹੋਇਆ ਕੂੜ ਬੋਲ ਬਿਖ ਖਾਇਆ। ਬਿਖ ਲਫ਼ਜ਼ ਦਾ ਆਖਰੀ ਅਰਥ ਤਾਂ ਜ਼ਹਿਰ ਹੁੰਦਾ, ਪਰ ਇੱਥੇ ਜ਼ਹਿਰ ਕੋਈ ਸਰੀਰਕ ਜ਼ਹਿਰ ਦੀ ਗੱਲ ਨਹੀਂ ਹੋ ਰਹੀ, ਬਲਕਿ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਦੇ ਅਧੀਨ ਕੀਤੇ ਹੋਏ ਨਾਜਾਇਜ਼ ਕੰਮ, ਮਾੜੇ ਕੰਮਾਂ ਨੂੰ ਬਿਖ ਦੀ ਸੰਗਿਆ ਦਿੱਤੀ ਗਈ ਹੈ। ਉਹਦਾ ਪ੍ਰਭਾਵ ਦੇ ਅਧੀਨ ਹੀ ਇਨਸਾਨ ਆਪਣੇ ਦੁਨਿਆਵੀ ਵਿਹਾਰ ਵਿੱਚ, ਕਾਰ ਵਿਹਾਰ ਦੇ ਵਿੱਚ ਸੱਚ ਦਾ ਪੱਲਾ ਛੱਡ ਕੇ ਝੂਠ ਨੂੰ ਅਪਣਾ ਲੈਂਦਾ ਹੈ। ਸੋ ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ। ਐਸਾ ਮਨ ਦੇ ਮਗਰ ਚੱਲਣ ਵਾਲਾ ਇਨਸਾਨ ਫਿਰ ਅੰਤ ਨੂੰ ਪਛਤਾਉਂਦਾ ਹੈ, ਰੋ ਕੇ ਇੱਥੋਂ ਕੂਚ ਕਰਦਾ ਹੈ, ਕਿਉਂਕਿ ਇਸ ਗੱਲ ਨੂੰ ਅੰਦਰੋਂ ਉਹ ਵੀ ਸਮਝਦਾ ਹੈ ਕਿ ਜੋ ਕੁਝ ਮੈਂ ਬੀਜ ਰਿਹਾ ਹਾਂ ਉਹੀ ਮੈਨੂੰ ਵੱਢਣਾ ਪਏਗਾ। ਜਿਹੜੇ ਮੈਂ ਕਰਮ ਕਰ ਰਿਹਾ ਹਾਂ ਉਹਨਾਂ ਦਾ ਫਲ ਮੈਨੂੰ ਭੁਗਤਣਾ ਹੀ ਪਵੇਗਾ। ਤੋ ਇਸ ਸੱਚਾਈ ਤੋਂ ਉਹ ਵਾਕਫ ਹੁੰਦਿਆਂ ਹੋਇਆਂ ਵੀ ਮਨ ਦੇ ਮਗਰ ਲੱਗ ਕੇ ਮਾੜੇ ਕਰਮ ਇਨਸਾਨ ਕਰਦਾ ਹੈ, ਤੇ ਜੀਵਨ ਪਰਯੰਤ ਉਹਨੂੰ ਮਨ ਦੇ ਅੰਦਰ ਇੱਕ ਸਹਿਮ ਵੀ ਰਹਿੰਦਾ ਹੈ ਮੌਤ ਦਾ, ਪਰ ਪਿਆਰ ਉਹਦਾ ਫਿਰ ਵੀ ਦੂਜੇ ਚੀਜ਼ਾਂ ਦੇ ਨਾਲ, ਪ੍ਰਭੂ ਨੂੰ ਛੱਡ ਕੇ ਦੂਜੇ ਦੇ ਨਾਲ ਭਾਵ ਮਾਇਆ ਦੇ ਨਾਲ ਪਿਆਰ ਰਹਿੰਦਾ ਹੈ। ਉਹ ਉਸੇ ਦੇ ਪਿਆਰ ਦੇ ਵਿੱਚ ਖਚਿਤ ਹੋਇਆ ਉਹ ਆਪਣਾ ਸਾਰਾ ਜੀਵਨ ਗੁਆਉਂਦਾ ਹੈ ਤੇ ਉਹਨਾਂ ਕੰਮਾਂ ਨੂੰ ਕਰਨ ਤੋਂ ਫੇਲ ਹੋ ਜਾਂਦਾ ਹੈ, ਪੁੱਜ ਜਾਂਦਾ ਹੈ ਜਿਹੜੇ ਕਰਮ ਦੇ ਵਾਸਤੇ ਮਨੁੱਖਾ ਜੀਵਨ ਮਿਲਿਆ ਸੀ। ਤਾਂ ਇਸ ਤਰ੍ਹਾਂ ਪਰਮਾਤਮਾ ਦੀਆਂ ਨਜ਼ਰਾਂ ਵਿੱਚ, ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਆਪਣੀ ਇੱਜ਼ਤ ਗਵਾ ਬੈਠਦਾ ਹੈ। ਤੋ ਇਸੇ ਗੱਲ ਨੂੰ ਗੁਰੂ ਸਾਹਿਬ ਨੇ ਇਹੋ ਬਿਆਨ ਕੀਤਾ ਹੈ ਕਿ ਸਿਰੇ ਉੱਪਰ ਜਮ ਡੰਡ ਹੈ, ਦੂਜੇ ਭਾਏ ਪੱਤ ਖੋਏ। ਕਿ ਉਹਦੇ ਸਿਰ ਦੇ ਉੱਤੇ ਹਮੇਸ਼ਾ ਹੀ ਮੌਤ ਦਾ ਡੰਡਾ, ਇੱਕ
ਸਹਿਮ ਬਣਿਆ ਰਹਿੰਦਾ ਉਹਦੇ ਅੰਦਰ ਕਿ ਹੁਣੇ ਮੌਤ ਆਈ, ਕਦੀ ਮੌਤ ਆਈ। ਮੌਤ ਆਣੀ ਤਾਂ ਸਭ ਨੂੰ ਹੈ, ਪਰ ਇਹ ਮੌਤ ਦਾ ਸਹਿਮ ਜਿਹੜਾ ਹੈ ਉਹ ਦੁਨੀਆਦਾਰ ਨੂੰ ਸਭ ਤੋਂ ਜ਼ਿਆਦਾ ਰਹਿੰਦਾ ਹੈ, ਕਿਉਂਕਿ ਉਹਦਾ ਪਿਆਰ ਮਾਇਆ ਦੇ ਨਾਲ ਹੁੰਦਾ ਹੈ। ਉਹ ਉਹਨੂੰ ਛੱਡਣਾ ਨਹੀਂ ਚਾਹੁੰਦਾ। ਮਾਇਕ ਆਰਾਮ ਦੇ, ਸੁਖ ਆਰਾਮ ਦੇ ਸਾਧਨ ਜਿਹੜੇ ਨੇ ਉਹਨਾਂ ਨੂੰ ਉਹ ਲੱਗਦਾ ਹੈ ਕਿ ਜੇ ਖੁੱਸ ਗਏ ਤੇ ਕੁਝ ਮੇਰੇ ਨਾਲ ਬਹੁਤ ਮਾੜਾ ਹੋ ਜਾਏਗਾ। ਉਹ ਇਸੇ ਸਹਿਮ ਦੇ ਵਿੱਚ ਹੀ ਉਹ ਸਾਰਾ ਜੀਵਨ ਜਿਉਂਦਾ ਹੈ। ਤੇ ਅੰਤ ਨੂੰ ਫਿਰ ਜਦੋਂ ਅਲਟੀਮੇਟਲੀ ਉਹ ਸਮਾਂ ਆ ਹੀ ਜਾਂਦਾ ਹੈ ਜਿੰਨਾ ਕੁ ਜਿਹੜਾ ਉਹਦੇ ਵਾਸਤੇ ਨਿਸ਼ਚਿਤ ਹੈ, ਤਾਂ ਮਾਇਆ ਦੇ ਪਿਆਰ ਦੇ ਵਿੱਚ ਬਿਤਾਇਆ ਹੋਇਆ ਸਾਰਾ ਜੀਵਨ, ਮਨੁੱਖਾ ਜੀਵਨ ਨੂੰ ਵਿਅਰਥ ਗਵਾ ਕੇ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਫਿਰ ਆਪਣੀ ਇੱਜ਼ਤ ਨੂੰ ਗਵਾ ਕੇ ਪਹੁੰਚਦਾ ਹੈ। ਉੱਥੇ ਪੇਸ਼ ਹੋਣਾ ਪੈਂਦਾ ਹੈ। ਸਿਰੇ ਉੱਪਰ ਜਮਵੰਡ ਹੈ, ਦੂਜੇ ਭਾਏ ਪਤ ਖੋਏ। ਔਰ ਉਹਦਾ ਨਤੀਜਾ ਕੀ ਨਿਕਲਦਾ ਹੈ? ਕਿਉਂਕਿ ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਵਣ। ਕਿਉਂਕਿ ਉਹਨੇ ਸਾਰੇ ਜੀਵਨ ਵਿੱਚ ਕਦੇ ਵੀ ਉਸਨੇ ਪ੍ਰਭੂ ਦਾ ਨਾਮ ਕਦੀ ਯਾਦ ਨਹੀਂ ਕੀਤਾ, ਪ੍ਰਭੂ ਦੀ ਯਾਦ ਨੂੰ ਕਦੀ ਹਿਰਦੇ 'ਚ ਵਸਾਇਆ ਨਹੀਂ। ਉਹ ਪ੍ਰਭੂ ਨੂੰ ਵਿਸਾਰ ਕੇ ਕੀਤੇ ਹੋਏ ਕੰਮਾਂ ਦਾ ਸਦਕਾ, ਜੋ ਉਹਨੇ ਮਾੜੇ ਕਰਮ ਕੀਤੇ ਹੁੰਦੇ ਹਨ, ਉਹਨਾਂ ਦੇ ਅਸਰ ਵਜੋਂ ਉਹਨੂੰ ਮੁੜ ਮੁੜ ਕੇ ਫਿਰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ। ਉਹ ਇਹ ਆਉਣ ਜਾਣਾ, ਇਹ ਆਵਾਗਮਨ ਉਹਦਾ ਚੱਲਦਾ ਹੀ ਰਹਿੰਦਾ ਹੈ। ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੈ। ਪਰ ਇਸ ਦੇ ਉਲਟ ਜਿਹੜਾ ਇਨਸਾਨ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਉਹਦੀ ਅਵਸਥਾ ਬਿਲਕੁਲ ਇਸ ਤੋਂ ਫਰਕ ਹੁੰਦੀ ਹੈ। ਉਹਦਾ ਬਿਆਨ ਕਰਦਿਆਂ ਹੋਇਆਂ ਗੁਰੂ ਸਾਹਿਬ ਫਰਮਾਉਂਦੇ ਹਨ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੇ। ਗੁਰੂ ਦੀ ਕਿਰਪਾ ਦਾ ਸਦਕਾ ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦਾ ਨਾਮ ਵਸਦਾ ਹੈ, ਉਹਨਾਂ ਦੇ ਜੀਵਨ ਦੇ ਵਿੱਚ ਕੋਈ ਮੌਤ ਦਾ, ਜਮ ਦਾ ਸਹਿਮ ਨਹੀਂ ਹੁੰਦਾ। ਉਹ ਸਾਰਾ ਜੀਵਨ ਹੀ ਇਸੇ ਅਹਿਸਾਸ ਦੇ ਵਿੱਚ ਬਤੀਤ ਕਰਦੇ ਹਨ ਕਿ ਪਰਮਾਤਮਾ ਵੱਲੋਂ ਜਿੰਨੀ ਆਯੂ, ਜਿੰਨੇ ਸਵਾਸ ਉਹਨਾਂ ਨੂੰ ਮਿਲੇ ਹਨ, ਉਹਨਾਂ ਦਾ ਵੱਧ ਤੋਂ ਵੱਧ ਸਦਉਪਯੋਗ ਕਰਕੇ ਪ੍ਰਭੂ ਦੇ ਪਿਆਰ ਦੇ ਵਿੱਚ ਹੀ ਸਾਰਾ ਸਮਾਂ ਬਤੀਤ ਕਰਨਾ ਹੈ। ਕੋਈ ਵੀ ਸਵਾਸ ਪ੍ਰਭੂ ਦੀ ਯਾਦ ਤੋਂ ਵਿਅਰਥ ਨਾ ਜਾਵੇ। ਹੋਰ ਗਿਣਤੀਆਂ ਮਿੰਤੀਆਂ 'ਚ ਨਹੀਂ ਪੈਂਦੇ ਕਿ ਮੇਰੀ ਕਿੰਨੀ ਉਮਰ ਹੋ ਗਈ ਹੈ ਤੇ ਕਿੰਨੀ ਅਜੇ ਰਹਿੰਦੀ ਹੈ, ਜਾਂ ਕਿੰਨੀ ਹੋਰ ਮੇਰੀ ਮਨ ਦੀ ਇੱਛਾ ਹੈ ਜੀਵਨ ਦੀ। ਉਹਨਾਂ ਦੇ ਮਨਾਂ ਦੇ ਵਿੱਚ ਫਿਰ ਇਹ ਫਾਲਤੂ ਦੀਆਂ ਇਸ ਤਰੀਕੇ ਦੀਆਂ ਇੱਛਾਵਾਂ ਪੈਦਾ ਹੀ ਨਹੀਂ ਹੁੰਦੀਆਂ। ਜਿੰਨਾ ਸਮਾਂ ਪ੍ਰਭੂ ਪਾਸੋਂ ਮਿਲਿਆ ਹੁੰਦਾ ਹੈ, ਉਹ ਸਾਰਾ ਹੀ ਪ੍ਰਭੂ ਯਾਦ ਦੇ ਵਿੱਚ ਔਰ ਦੁਨਿਆਵੀ ਕਲਹ ਕਲੇਸ਼ ਦੁੱਖਾਂ ਤੋਂ ਬਚ ਕੇ ਔਰ ਇੱਕ ਖੇੜੇ ਦੀ ਅਵਸਥਾ ਵਿੱਚ, ਆਨੰਦ ਦੀ ਅਵਸਥਾ ਦੇ ਵਿੱਚ ਬਤੀਤ ਹੁੰਦਾ ਹੈ। ਸੋ ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੇ ਕੋਏ। ਨਾਨਕ ਸਹਿਜੇ ਮਿਲ ਰਿਹਾ ਕਰਮ ਪ੍ਰਾਪਤ ਹੋਏ। ਐਸਾ ਇਨਸਾਨ ਫਿਰ ਇੱਕ ਸਹਿਜ ਦੀ ਅਵਸਥਾ, ਆਤਮਕ ਅਡੋਲਤਾ ਦੀ ਅਵਸਥਾ ਦੇ ਵਿੱਚ ਹੀ ਟਿਕਿਆ ਰਹਿੰਦਾ ਹੈ ਤੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਸਨੂੰ ਇਹ ਅਡੋਲਤਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁੰਦੀ ਪ੍ਰਾਪਤ ਪ੍ਰਭੂ ਦੀ ਬਖਸ਼ਿਸ਼ ਦਾ ਸਦਕਾ। ਇਹ ਗੱਲ ਗੁਰਬਾਣੀ ਵਿੱਚ ਬਾਰ-ਬਾਰ ਸਮਝਾਈ ਗਈ ਹੈ ਕਿ ਕਰਮ ਪ੍ਰਾਪਤ, ਕਰਮ ਜੋ ਭਾਵ ਹੈ ਬਖਸ਼ਿਸ਼ ਦੇ ਦੁਆਰਾ, ਪ੍ਰਭੂ ਦੀ ਬਖਸ਼ਿਸ਼ ਦੇ ਦੁਆਰਾ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਤੇ ਗੁਰੂ ਦੀ ਦਿੱਸੀ ਹੋਈ ਜੀਵਨ ਜਾਚ ਦਾ ਸਦਕਾ ਹੀ ਹਰੀ ਦਾ ਨਾਮ, ਹਰੀ ਦਾ ਪਿਆਰ ਮਨ ਦੇ ਵਿੱਚ ਵਸਦਾ ਹੈ, ਜਿਹਦਾ ਸਦਕਾ ਮੌਤ ਦਾ ਸਹਿਮ ਖਤਮ ਹੋ ਜਾਂਦਾ ਹੈ। ਜੀਵਨ ਅਡੋਲਤਾ ਵਿੱਚ ਬਤੀਤ ਹੁੰਦਾ ਹੈ, ਖੇੜੇ ਦੇ ਵਿੱਚ ਬਤੀਤ ਹੁੰਦਾ ਹੈ। तो ये जो आत्मक अडोलता की प्राप्ति है, ये प्रभु की बख्शिश का सदका ही प्राप्त होती है, क्योंकि प्रभु आप ही मेहर करके गुरु का मिलाप करांदा है। तो आखिरी दो पंक्तियों के अंदर जो मनमुख तो उलट गुरमुख सज्जन हैं, जो गुरु की शरण पै के गुरु के उपदेश की सिक्ख्या लैके गुरु उपदेश की कमाई करते हैं, उन्हों का वर्णन किया गया है। पहलियां तीन पंक्तियों के अंदर, चार पंक्तियों के अंदर उन्होंने दुनियावी दुनियादार मनमुख इंसान का जीवन दसिया गया है, जिहड़ा सारा समा माया इकत्तर करन, माया सुखां की भाल करन दे विच ही लगाते हैं, प्रभु नूं भुला के जीवन सारा प्रभु की याद तो बिना ही
ਸਿਰਫ ਮਾਇਕ ਪਦਾਰਥਾਂ ਦੇ ਮਗਰ ਫਿਰਦਿਆਂ ਹੀ ਬਤੀਤ ਕਰ ਲੈਂਦੇ ਹਨ ਤੇ ਫਿਰ ਜਨਮ ਮਰਨ ਦੇ ਗੇੜ 'ਚ ਮੁੜ ਮੁੜ ਕੇ ਪੈਂਦੇ ਹਨ। ਜਿਹੜੇ ਗੁਰੂ ਦੇ ਸ਼ਰਨ ਵਿੱਚ ਪੈਂਦੇ ਹਨ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲੱਗਿਆ ਕੋਈ, ਉਹ ਮੌਤ ਦੇ ਸਹਿਮ ਤੋਂ ਵੀ ਉੱਚੇ ਉੱਠ ਜਾਂਦੇ ਹਨ, ਵਿਕਾਰਾਂ ਦੀ ਪਕੜ ਤੋਂ ਵੀ ਉੱਚੇ ਉੱਠ ਜਾਂਦੇ ਹਨ ਤੇ ਪ੍ਰਭੂ ਦੀ ਬਖਸ਼ਿਸ਼ ਦਾ ਸਦਕਾ ਆਤਮਕ ਅਡੋਲਤਾ ਦੀ ਅਵਸਥਾ ਦੇ ਵਿੱਚ ਹੀ ਜੀਵਨ ਬਤੀਤ ਕਰਦੇ ਹਨ ਤੇ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰ ਲੈਂਦੇ ਹਨ। ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮਤੀ, ਇਕਨਾ ਨੂੰ ਨੌ ਬਖਸ਼ਿਓਣ, ਅਸਥਿਰ ਹਰ ਸਤੀ, ਓਨ ਪਾਣੀ ਬੈਸੰਤਰੋ, ਹੁਕਮ ਕਰੈ ਭਗਤੀ, ਇਹਨਾਂ ਨੂੰ ਭਉ ਅਗਲਾ, ਪੂਰੀ ਬਨਤ ਬੰਤੀ, ਸਭ ਇੱਕੋ ਹੁਕਮ ਵਰਤਦਾ, ਮੰਨਿਆ ਸੁਖ ਪਾਈ। ਹੁਣ ਜੋ ਪਿਛਲੇ ਸ਼ਲੋਕ ਵਿੱਚ ਗੱਲ ਕੀਤੀ ਸੀ ਕਿ ਕਰਮ ਪ੍ਰਾਪਤ ਕਰ, ਜਿਹੜੀ ਉਹ ਆਤਮਕ ਅਡੋਲਤਾ ਦੀ ਅਵਸਥਾ ਮਿਲਦੀ ਹੈ, ਉਹ ਮਿਲਦੀ ਹੈ ਪ੍ਰਭੂ ਦੀ ਬਖਸ਼ਿਸ਼ ਦਾ। ਤਾਂ ਉਹ ਬਖਸ਼ਿਸ਼ ਕਿਵੇਂ ਹੁੰਦੀ ਹੈ, ਉਹਦਾ ਕੀ ਅਸਰ ਹੁੰਦਾ ਹੈ, ਉਹਦਾ ਬਿਆਨ ਜੋ ਹੈ, ਉਹਦੀ ਵਿਆਖਿਆ ਇਸ ਪੌੜੀ ਵਿੱਚ ਗੁਰੂ ਸਾਹਿਬ ਕਰ ਰਹੇ ਹਨ ਕਿ ਇੱਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮਤੀ। ਇੱਕ ਕੱਕੇ ਨੂੰ ਸਿਹਾਰੀ ਦੇ ਨਾਲ ਲਫ਼ਜ਼ ਆਇਆ ਹੈ, ਇਹ ਇੱਕ ਜਦੋਂ ਵੀ ਕੱਕੇ ਨੂੰ ਸਿਹਾਰੀ ਦੇ ਨਾਲ ਆਉਂਦਾ ਹੈ ਤੇ ਇਹਦਾ ਅਰਥ ਹੁੰਦਾ ਹੈ ਕਈ ਇੱਕ। ਮਤਲਬ ਇਹਦਾ ਜੇ ਇੰਗਲਿਸ਼ ਵਿੱਚ ਇਹਨੂੰ ਬਿਆਨ ਕਰੀਏ ਤਾਂ ਇੱਕ ਦਾ ਅਰਥ ਵਨ ਨਹੀਂ ਹੈ, ਬਲਕਿ ਮੈਨੀ, ਕੁਆਈਟ ਅ ਫਿਊ, ਮੈਨੀ ਪੀਪਲ। ਜਦੋਂ ਉਹਨੂੰ ਇਸ ਤਰੀਕੇ ਨਾਲ ਇਹਦੇ ਅਰਥ ਕੀਤੇ ਜਾਣ, ਜਦੋਂ ਇੱਕ ਲਫ਼ਜ਼ ਜਾਂ ਮੁਕਤਾ ਆਵੇ ਤੇ ਜਾਂ ਕੱਕੇ ਥੱਲੇ ਔਂਕੜ ਹੋਵੇ ਤਾਂ ਉਹ ਇੱਕ ਸਿੰਗਲ ਯੂਨਿਟ ਦੀ ਗੱਲ ਬਿਆਨ ਕਰਦਾ ਹੈ, ਉਹਦਾ ਮੀਨਿੰਗ ਇਸ ਤਰ੍ਹਾਂ ਹੁੰਦਾ ਹੈ। ਜਦੋਂ ਕੱਕਾ ਸਿਹਾਰੀ ਦੇ ਨਾਲ ਆਉਂਦਾ ਹੈ, ਉਹਦਾ ਭਾਵ ਹੁੰਦਾ ਹੈ ਕਈ ਇੱਕ। ਤੋ ਇੱਕ ਆਪਣੀ ਸਿਫਤੀ ਲਾਇਨ, ਕਈਆਂ ਨੂੰ ਉਹ ਪਰਮਾਤਮਾ ਨੇ ਆਪਣੀ ਸਿਫਤ ਦੇ ਕੰਮ ਦੇ ਵਿੱਚ ਲਾਇਆ ਹੋਇਆ ਹੈ। ਇਸ ਤਰੀਕੇ ਦੇ ਨਾਲ ਸਤਿਗੁਰ ਦੀ ਮੱਤ ਦੇਖ ਆਪ ਕਈ ਇੱਕ ਐਸੇ ਜੀਵ ਹਨ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਬਖਸ਼ਿਸ਼ ਕਰਕੇ ਸੱਚੇ ਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਕਰਵਾ ਦਿੰਦਾ ਹੈ ਤੇ ਉਹਨਾਂ ਨੂੰ ਜਦੋਂ ਸਤਿਗੁਰ ਪਾਸੋਂ ਮੱਤ ਮਿਲਦੀ ਹੈ, ਸਿੱਖਿਆ ਮਿਲਦੀ ਹੈ, ਤਾਂ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਂਦੇ ਹਨ। ਗੁਰੂ ਦਾ ਉਪਦੇਸ਼ ਹਮੇਸ਼ਾ ਹੀ ਪ੍ਰਭੂ ਦੇ ਪਿਆਰ ਦਾ ਜੀਵਨ ਜਿਉਣ ਵਾਸਤੇ, ਪ੍ਰਭੂ ਦੀ ਯਾਦ ਨੂੰ ਹਿਰਦੇ 'ਚ ਵਸਾਉਣ ਦੇ ਵਾਸਤੇ ਮਿਲਦਾ ਹੈ। ਤੋ ਇਸ ਢੰਗ ਦੇ ਨਾਲ ਜਿਹੜਾ ਵੀ ਇਨਸਾਨ ਗੁਰੂ ਦੇ ਪਾਸੋਂ ਮੱਤ ਹਾਸਲ ਕਰਦਾ ਹੈ, ਉਹ ਪ੍ਰਭੂ ਦੇ ਗੁਣ ਗਾਉਂਦਾ ਹੈ, ਪ੍ਰਭੂ ਦੀ ਸਿਫਤ ਕਰਦਾ ਹੈ। ਤੋ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਭੂ ਨੇ ਆਪ ਹੀ ਬਖਸ਼ਿਸ਼ ਕਰਕੇ ਉਹਨਾਂ ਨੂੰ ਆਪਣੀ ਸਿਫਤ ਦੇ ਵਿੱਚ ਲਾ ਲਿਆ ਹੈ। ਉਹਨਾਂ ਨੂੰ ਇਹ ਜਾਚ, ਇਹ ਸਮਰੱਥਾ ਬਖਸ਼ ਦਿੱਤੀ ਹੈ ਕਿ ਉਹ ਪ੍ਰਭੂ ਦੇ ਗੁਣ ਗਾਨ, ਪ੍ਰਭੂ ਦੀ ਸਿਫਤ ਸਲਾਹ ਕਰਨ। ਤੋ ਇੱਕ ਆਪਣੀ ਸਿਫਤੀ ਲਾਇਨ ਤੇ ਸਤਗੁਰ ਮਤੀ, ਸਤਗੁਰ ਪਾਸੋਂ ਮਤ ਦਿਵਾ ਕੇ ਪ੍ਰਭੂ ਨੇ ਆਪ ਹੀ ਉਹਨਾਂ ਦੇ ਉੱਤੇ ਮਿਹਰ ਕਰਕੇ ਆਪਣੀ ਸਿਫਤ ਦੇ ਸਲਾਹ ਦੇ ਵਿੱਚ ਉਹਨਾਂ ਨੂੰ ਲਾ ਲਿੱਤਾ। ਇਕਨਾ ਨੂੰ ਨੌ ਬਖਸ਼ਿਓਣ, ਅਸਥਿਰ ਹਰ ਸਤੀ। ਇਸੇ ਹੀ ਅਵਸਥਾ ਨੂੰ ਦੂਜੇ ਲਫ਼ਜ਼ਾਂ 'ਚ ਬਿਆਨ ਕਰਦੇ ਹੋਇਆ ਕਹਿੰਦੇ ਹਨ ਕਿ ਕਈ ਇੱਕ ਐਸੇ ਜੀਵ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਜੋ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੈ, ਉਸਨੇ ਉਹ ਸਦਾ ਕਾਇਮ ਰਹਿਣ ਵਾਲਾ ਆਪਣਾ ਨਾਮ ਵੀ ਬਖਸ਼ਿਸ਼ ਕੀਤਾ ਹੋਇਆ। ਇਕਨਾ ਨੂੰ ਨੌ ਬਖਸ਼ਿਓਣ, ਅਸਥਿਰ ਹਰ ਸਤੀ। ਅਸਥਿਰ ਦਾ ਮਤਲਬ ਇਹ ਹੈ ਕਿ ਜੋ ਚੀਜ਼ ਸਦਾ ਕਾਇਮ ਰਹਿਣ ਵਾਲੀ ਹੈ, और सती का अर्थ भी है जो सदा कायम रहने वाला। तो सदा कायम रहने वाले हरि ने अपना सदा कायम रहने वाला, सदा स्थिर रहने वाला प्रभु का नाम उन्होंने बख्शिया है। ये नैचुरल जी गल है, प्रभु का नाम असल में प्रभु के गुणों का ही बख्यान, प्रभु की क्वालिटीज, प्रभु के ही गुण हैं जो प्रभु का नाम है। किसी भी इंसान के ਅਸੀਂ ਗੁਣਾਂ ਨੂੰ ਬਿਆਨ ਕਰਦੇ ਹਾਂ ਤਾਂ ਉਹਦੇ ਨਾਮ ਦੇ ਨਾਲ ਉਹ ਗੁਣ ਜੁੜ ਜਾਂਦੇ ਹਨ ਤੇ ਫਿਰ ਜਦੋਂ ਉਹਦਾ ਨਾਮ ਲਿਆ ਜਾਂਦਾ ਹੈ ਤੇ ਸਾਡੇ ਚਿੱਤੇ ਵਿੱਚ, ਸਾਡੀ ਯਾਦ ਵਿੱਚ ਉਹ ਵਾਲੇ ਨਾਮ, ਉਹ ਵਾਲੇ ਗੁਣ ਉਹਦੇ ਆ ਜਾਂਦੇ ਹਨ।
ਚਾਹੇ ਉਹ ਉਹਦੇ ਫਿਜ਼ੀਕਲ ਐਟਰੀਬਿਊਟਸ ਹੋਣ ਜਾਂ ਉਹਦੀਆਂ ਕੁਆਲਿਟੀਜ਼ ਹੋਣ ਜਾਂ ਇਮੋਸ਼ਨਲ ਜਾਂ ਹੋਰ ਉਹਦੇ ਅੰਦਰ ਜੋ ਇੰਟੈਲੈਕਚੁਅਲ ਕੁਆਲਿਟੀਜ਼ ਨੇ ਉਹ ਹੋਣ। ਜੋ ਕੁਝ ਵੀ ਇਨਸਾਨ ਦੇ ਕਰੈਕਟਰਿਸਟਿਕਸ ਹੁੰਦੇ ਹਨ, ਗੁਣ ਹੁੰਦੇ ਹਨ, ਉਹ ਉਹਦੇ ਨਾਮ ਦੇ ਨਾਲ ਐਸੋਸੀਏਟ ਹੋ ਜਾਂਦੇ ਹਨ। ਤੇ ਜਦੋਂ ਵੀ ਕਿਸੇ ਇਨਸਾਨ ਦਾ ਨਾਮ ਲਿਆ ਜਾਂਦਾ ਹੈ ਤੇ ਜਿੰਨਾ ਕੁਝ ਵੀ ਸਾਡੇ ਮਨ ਦੇ ਉੱਤੇ ਉਹਦੇ ਬਾਰੇ ਇੰਪ੍ਰੈਸ਼ਨ ਪਿਆ ਹੁੰਦਾ ਹੈ, ਜੋ ਸਾਡੀ ਯਾਦ ਵਿੱਚ ਵਸਿਆ ਹੁੰਦਾ ਹੈ, ਉਹ ਸਾਰੇ ਉਸ ਨਾਮ ਨੂੰ ਲੈਣ ਦੇ ਨਾਲ ਉਹ ਸਾਡੇ ਮਾਈਂਡ ਦੇ ਵਿੱਚ ਉਹ ਪ੍ਰਗਟ ਹੋ ਜਾਂਦੇ ਹਨ। तो प्रभु का नाम भी प्रभु दे ही गुना का अस्तित्व है, ਉਹਦੀ होंद है। तो सदा कायम रहने वाला प्रभु ਦਾ ਨਾਮ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਹ ਇਹ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਉਹ ਪ੍ਰਾਪਤ ਵੀ ਉਹਦੀ ਬਖਸ਼ਿਸ਼ ਸਦਕਾ ਹੁੰਦਾ ਹੈ। ਉਹ ਇਕਨਾ ਨੂੰ ਨੌ ਬਖਸ਼ਿਓ ਅਸਥਿਰ ਹਰ ਸਤੀ। ਹੁਣ ਇੱਕ ਹੋਰ ਮਿਸਾਲ ਦੇ ਕੇ ਜੋ ਕੁਦਰਤ ਦੀ ਵੱਖ-ਵੱਖ ਅੰਗਾਂ ਦੀ ਗੱਲ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਪੌਣ ਪਾਣੀ ਬੈਸੰਤਰੋ ਹੁਕਮ ਕਰੇ ਭਗਤੀ। ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹ ਉਹਦੇ ਹੁਕਮ ਦੀ ਕਾਰ ਹੀ ਕਮਾ ਰਹੀ ਹੈ, ਉਹਦੇ ਹੁਕਮ ਦੇ ਅਧੀਨ ਹੀ ਚੱਲ ਰਹੀ ਹੈ। ਉਹ ਮਿਸਾਲ ਦਿੰਦੇ ਹੋਏ ਕਹਿੰਦੇ ਹਨ ਕਿ ਪੌਣ ਪਾਣੀ ਬੈਸੰਤਰੋ, ਪੌਣ ਹਵਾ, ਪਾਣੀ ਹੋ ਗਿਆ ਤੇ ਬੈਸੰਤਰ ਅੱਗ। ਇਹ ਸਾਰੇ ਵੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਹੀ ਉਹਦੇ ਹੁਕਮ ਦੀ ਕਾਰ ਕਰਦੇ ਹਨ, ਮਾਨੋ ਇਹ ਵੀ ਉਹਦੀ ਭਗਤੀ ਕਰ ਰਹੇ ਹਨ। ਇਹ ਮਿਸਾਲ ਦੇਣ ਦਾ ਪਰਪਸ ਇਹੀ ਹੈ ਕਿ ਜੇ ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਉਹਦੇ ਹੁਕਮਾਂ ਦੀ ਉਲੰਘਣਾ ਨਹੀਂ ਕਰਦੀ, ਤਾਂ ਜੀਵ ਦਾ ਵੀ ਇਹੀ ਫਰਜ਼ ਬਣਦਾ ਹੈ ਕਿ ਉਹ ਵੀ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਵੇ, ਉਹਦੇ ਹੁਕਮ ਦੀ ਕਾਰ ਕਮਾਵੇ, ਜੀਵਨ ਦੇ ਵਿੱਚ ਪ੍ਰਭੂ ਦੇ ਹੁਕਮ ਦੇ ਅਨੁਸਾਰ ਹੀ ਸਾਰੇ ਕਰਮ ਕਰੇ। तो ये मिसाल कुदरत ਦੇ ਵਿੱਚੋਂ ਲੈ ਕੇ ਪ੍ਰੇਰਨਾ ਜੀਵ ਨੂੰ ਇਹ ਕੀਤੀ ਜਾ ਰਹੀ ਹੈ ਕਿ ਤੇਰਾ ਜੀਵਨ ਵੀ ਪ੍ਰਭੂ ਦੀ ਰਜ਼ਾ ਦੇ ਅਨੁਕੂਲ ਹੀ ਹੋਣਾ ਚਾਹੀਦਾ ਹੈ। तो पौन पानी बसंतरो हुक्म करे भगती। कि ये हवा, पानी और अग ये सब भी कुदरती ताकतां प्रभु ਦੇ ਮਰਿਆਦਾ ਦੇ ਵਿੱਚ ਬੱਝੇ ਹੋਏ ਮਾਨੋ ਪ੍ਰਭੂ ਦੀ ਹੀ ਭਗਤੀ ਕਰ ਰਹੇ ਹਨ, ਉਹਦੇ ਹੁਕਮ ਦੇ ਵਿੱਚ ਹੀ ਇਹ ਚੱਲਦੇ ਹਨ। ਔਰ ਫਿਰ ਇਸੇ ਗੱਲ ਨੂੰ ਹੋਰ ਜ਼ੋਰ ਦੇ ਕੇ ਇਸ ਤਰ੍ਹਾਂ ਸਮਝਾਉਂਦੇ ਹਨ, ਇਹਨਾਂ ਨੂੰ ਪਾਓ ਅਗਲਾ ਪੂਰੀ ਬਨਤ ਬਣਤੀ। ਇਹ ਤਾਂ ਪ੍ਰਭੂ ਦੇ ਬਹੁਤ ਜ਼ਿਆਦਾ ਡਰ ਦੇ ਵਿੱਚ, ਡਿਸਪਲਿਨ ਦੇ ਵਿੱਚ ਹੀ ਰਹਿੰਦੇ ਹਨ। तो इस तरीके ਦੇ ਨਾਲ ਮਾਨੋ ਇਹਨਾਂ ਦੀ ਇਹ ਮੁਕੰਮਲ ਬੰਤਰ ਬਣੀ ਹੋਈ ਹੈ ਕਿ ਇਹ ਕਦੀ ਵੀ ਪ੍ਰਭੂ ਦੇ ਹੁਕਮ ਦੀ ਉਲੰਘਣਾ ਨਹੀਂ ਕਰਦੇ। ਇਸ਼ਾਰਾ ਇਹ ਹੈ ਕਿ ਇਹ ਸਿਰਫ ਇਨਸਾਨ ਹੀ ਹਨ ਜਿਹੜੇ ਜਿਨ੍ਹਾਂ ਨੂੰ ਇਹ ਆਪਸ਼ਨ ਮਿਲੀ ਹੋਈ ਹੈ ਜਾਂ ਇਹ ਚੋਇਸ ਕਰਨ ਦੀ ਸਮਰੱਥਾ ਮਿਲੀ ਹੋਈ ਹੈ ਕਿ ਉਹ ਪ੍ਰਭੂ ਦੇ ਹੁਕਮ ਨੂੰ ਮੰਨ ਕੇ ਉਹਦੇ ਅਨੁਕੂਲ ਆਪਣੇ ਜੀਵਨ ਚਲਾ ਲੈਣ ਜਾਂ ਉਸ ਨੂੰ ਇਗਨੋਰ ਕਰਕੇ ਆਪਣੇ ਮਨ ਦੇ ਮਗਰ ਚੱਲ ਕੇ ਮਨ ਦੇ ਮਗਰ ਲੱਗ ਕੇ ਆਪਣਾ ਜੀਵਨ ਚਲਾ ਲੈਣ। ਇਹ ਜੋ ਚੋਇਸ ਹੈ ਰਾਈਟ ਔਰ ਰੋਂਗ ਦੀ, ਇਹ ਇਨਸਾਨ ਨੂੰ ਮਿਲੀ ਹੋਈ ਹੈ। ਬਾਕੀ ਦੇ ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਜੰਤ ਹਨ ਉਹ ਸਾਰੇ ਨੈਚੁਰਲ ਜੋ ਉਹਨਾਂ ਦੇ ਵਾਸਤੇ ਜੋ ਮਰਿਆਦਾ ਮਿੱਥੀ ਗਈ ਹੈ ਉਹਦੇ ਮੁਤਾਬਕ ਹੀ ਜੀਵਨ ਜਿਉਂਦੇ ਹਨ। ਪਰ ਇਨਸਾਨ ਦੇ ਵਿੱਚ ਇਹ ਸਮਰੱਥਾ ਹੈ ਕਿ ਉਹ ਅਗਰ ਆਪਣੇ ਮਨ ਦੇ ਮਗਰ ਲੱਗ ਕੇ ਵਿਕਾਰਾਂ ਨੂੰ ਆਪਣੇ ਉੱਤੇ ਹਾਵੀ ਹੋਣ ਦੇਵੇ ਤਾਂ ਉਹ ਮਨੁੱਖਤਾ ਤੋਂ ਗਿਰਿਆ ਹੋਇਆ ਜੀਵਨ ਹੀ ਜੀਉ ਸਕਦਾ ਹੈ। ਤੇ ਜੇ ਗੁਰੂ ਦੀ ਮੱਤ ਲੈ ਕੇ ਉਹ ਪ੍ਰਭੂ ਦੀ ਯਾਦ ਦੇ ਵਿੱਚ ਜੁੜ ਜਾਵੇ ਤਾਂ ਪ੍ਰਭੂ ਦੇ ਗੁਨਾਹ ਦੇ ਨਾਲ ਸਾਂਝ ਪਾ ਕੇ ਉਹ ਆਪਣੇ ਜੀਵਨ ਨੂੰ ਇਤਨਾ ਉੱਚਾ ਚੁੱਕ ਸਕਦਾ ਹੈ ਕਿ ਉਹ ਪ੍ਰਭੂ ਦੇ ਨਾਲ ਹੀ ਇਕਮਿਕ ਹੋ ਕੇ ਅਭੇਦ ਹੋ ਜਾਵੇ। ਇਹ ਸਮਰੱਥਾ, ਇਹ ਪੋਸਿਬਿਲਿਟੀ ਸਿਰਫ ਮਨੁੱਖਾ ਜੀਵਨ ਦੀ ਹੈ ਕਿ ਉਹ ਚਾਹੇ ਤਾਂ ਆਪਣੇ ਆਪ ਨੂੰ ਬਿਲਕੁਲ ਰਸਾਤਲ ਵਿੱਚ ਗਿਰਾ ਸਕਦਾ ਹੈ ਜਾਂ ਉਹ ਆਪਣੇ ਆਪ ਨੂੰ ਬਹੁਤ ਉੱਚਾ ਚੁੱਕ ਕੇ ਪ੍ਰਭੂ ਦੇ ਨਾਲ ਇਕਮਿਕ ਹੋ ਸਕਦਾ ਹੈ। ਕੋਈ ਜਿੰਨੇ ਵੀ ਕੁਦਰਤ ਦੇ ਅੰਗ ਹਨ, ਚਾਹੇ ਹਵਾ, ਪਾਣੀ, ਅੱਗ ਹੈ ਜਾਂ ਹੋਰ ਸਾਰੀ ਸ੍ਰਿਸ਼ਟੀ ਜਿੰਨੀ ਵੀ ਹੈ, ਇਹਨਾਂ ਨੂੰ ਪਾਓ ਅਗਲਾ ਪੂਰੀ ਬਨਤ ਬਣਤੀ। ਇਹਨਾਂ ਦੀ ਸਾਰੀ ਬਣਤਰ ਹੀ ਪ੍ਰਭੂ ਦੀ ਮਰਿਆਦਾ ਦੇ ਅਨੁਸਾਰ ਬਣੀ ਹੋਈ ਹੈ ਔਰ ਇਹ ਹਮੇਸ਼ਾ ਹੀ ਪ੍ਰਭੂ ਦੇ ਹੁਕਮ ਦੇ ਅਨੁਸਾਰ ਹੀ ਸਾਰਾ ਇਹਨਾਂ ਦਾ ਚਲਨ ਚੱਲਦਾ ਹੈ ਕਿ ਕਦੀ ਵੀ ਉਸ ਮਰਿਆਦਾ ਦੀ ਉਲੰਘਣਾ ਨਹੀਂ ਕਰਦੇ। तो ਜੀਵਾਂ ਦੇ ਵਾਸਤੇ ਕੀ ਫਬਦਾ ਹੈ ਉਹ ਆਖਰੀ ਪੰਕਤੀ ਗੁਰੂ ਸਾਹਿਬ ਨੇ ਨਿਰਣਾ ਦੇ ਦਿੱਤਾ ਹੈ ਕਿ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ।
ਕਿ ਸਭ ਜੀਵਾਂ ਦੇ ਉੱਤੇ, ਸਾਰੀ ਸ੍ਰਿਸ਼ਟੀ ਦੇ ਉੱਤੇ ਉਸ ਇੱਕੋ ਹੀ ਮਾਲਕ ਦਾ ਹੁਕਮ ਵਰਤ ਰਿਹਾ ਹੈ, ਲਾਗੂ ਸਭ ਦੇ ਉੱਤੇ ਹੋ ਰਿਹਾ ਹੈ। ਜਿਹੜੇ ਉਹਨੂੰ ਮੰਨ ਕੇ ਚੱਲਦੇ ਹਨ ਉਹ ਸੁਖ ਦੀ ਪ੍ਰਾਪਤੀ ਕਰਦੇ ਹਨ, ਜਿਹੜੇ ਨਹੀਂ ਮੰਨਦੇ ਉਹ ਫਿਰ ਮੁੜ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਤੇ ਦੁਖੀ ਹੁੰਦੇ ਰਹਿੰਦੇ ਹਨ। ਕੋਈ ਬੜੇ ਇੱਕ ਸੰਖੇਪ ਦੇ ਵਿੱਚ ਕੁਦਰਤ ਦੀ ਮਿਸਾਲ ਦੇ ਕੇ ਤੇ ਪ੍ਰਭੂ ਦੀ ਬਖਸ਼ਿਸ਼ ਦਾ ਵਰਤਾਰਾ ਸਮਝਾ ਕੇ ਕਿ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਂਦੇ ਹਨ, ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ, ਉਹ ਪ੍ਰਭੂ ਦੀ ਬਖਸ਼ਿਸ਼ ਹੈ। ਸ੍ਰਿਸ਼ਟੀ ਜਿਹੜੀ ਹੈ ਸਾਰੀ, ਉਹ ਸਾਰੀ ਹੀ ਜਿਹੜੇ ਸ੍ਰਿਸ਼ਟੀ ਦੇ ਅੰਗ ਹਨ, ਜਿੰਨੀਆਂ ਵੀ ਇਹ ਤਾਕਤਾਂ ਹਨ, ਹਵਾ, ਪਾਣੀ, ਅੱਗ ਆਦਿ, ਇਹ ਸਾਰੇ ਵੀ ਪ੍ਰਭੂ ਦੇ ਹੀ ਹੁਕਮ ਦੀ ਮਰਿਆਦਾ ਦੇ ਵਿੱਚ ਬੱਝੇ ਹੋਏ ਚੱਲਦੇ ਹਨ, ਕਦੀ ਵੀ ਇਹ ਮਰਿਆਦਾ ਦਾ ਉਲੰਘਣ ਨਹੀਂ ਕਰਦੇ। ਕੋਈ ਇਨਸਾਨ ਦੇ ਵਾਸਤੇ ਵੀ ਇੱਥੋਂ ਪ੍ਰੇਰਨਾ ਲੈ ਕੇ ਇਹੀ ਫਬਦਾ ਹੈ ਕਿ ਜੋ ਇਹ ਅਟਲ ਹੁਕਮ ਸਾਰੀ ਸ੍ਰਿਸ਼ਟੀ ਦੇ ਉੱਤੇ ਵਰਤ ਰਿਹਾ ਹੈ, ਸਾਰੀ ਸ੍ਰਿਸ਼ਟੀ ਤੇ ਲਾਗੂ ਹੋ ਰਿਹਾ ਹੈ, ਉਹ ਇਨਸਾਨ ਵੀ ਉਸ ਹੁਕਮ ਦੇ ਅੱਗੇ ਸਿਰ ਝੁਕਾ ਕੇ ਉਹਦੇ ਅਨੁਸਾਰ ਆਪਣਾ ਜੀਵਨ ਜੀਵੇ, ਉਸ ਹੁਕਮ ਨੂੰ ਮੰਨ ਕੇ ਚੱਲੇ, ਤਾਂ ਹੀ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। तो पौड़ी ਦੀਆਂ ਪਹਿਲੀਆਂ 4 ਪੰਕਤੀਆਂ ਇਸੇ ਪੁਆਇੰਟ ਨੂੰ ਸਮਝਾਉਣ ਵਾਸਤੇ ਵੱਖ-ਵੱਖ ਤਰੀਕੇ ਦੇ ਨਾਲ ਸਿਫਤ ਸਲਾਹ ਦੀ ਬਖਸ਼ਿਸ਼ ਦੀ ਗੱਲ ਕਰਕੇ, ਨਾਮ ਦੀ ਗੱਲ ਕਰਕੇ ਤੇ ਫਿਰ ਕੁਦਰਤ ਦੇ ਜਿਹੜੇ ਵੱਖ-ਵੱਖ ਅੰਗ ਹਨ ਜੋ ਪ੍ਰਭੂ ਦੀ ਮਰਿਆਦਾ ਦੇ ਵਿੱਚ ਬੱਝੇ ਹੋਏ ਹਨ, ਇਨਸਾਨ ਨੂੰ ਇਹ ਪ੍ਰੇਰਨਾ ਦਿੱਤੀ ਜਾ ਰਹੀ ਹੈ ਕਿ ਤੂੰ ਵੀ ਉਸ ਪ੍ਰਭੂ ਦੇ ਰਜ਼ਾ ਦੇ ਮਾਲਕ, ਪ੍ਰਭੂ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ, ਉਹਦੇ ਹੁਕਮ ਦੇ ਅਨੁਸਾਰ ਹੀ ਜੀਵਨ ਜੀਓ, ਤਾਂ ਹੀ ਇਸ ਜੀਵਨ ਦੇ ਵਿੱਚ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਸਭ ਇੱਕੋ ਹੁਕਮ ਵਰਤਦਾ, ਮੰਨਿਆ ਸੁਖ ਪਾਈ। ਮੰਨਿਆ ਤੋਂ ਭਾਵ ਹੈ ਮੰਨਣ ਦਾ ਸਦਕਾ, ਮੰਨਣ ਕਰਕੇ ਉਹ ਹੁਕਮ ਤਾਂ ਵਰਤ ਰਿਹਾ ਹੈ, ਪਰ ਜੇ ਇਨਸਾਨ ਮੰਨੇਗਾ, ਮੰਨ ਕੇ ਉਸ ਹੁਕਮ ਦੇ ਅਨੁਕੂਲ ਚੱਲੇਗਾ ਤੇ ਸੁਖ ਪਾ ਲੇਗਾ। ਔਰ ਇਹਦਾ ਜਿਹੜਾ ਕੰਟਰਾਸਟ ਹੈ, ਉਹ ਇਨਫਰੈਂਸ, ਉਹ ਵੀ ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜੇ ਨਹੀਂ ਮੰਨੇਗਾ ਤੇ ਸੁਖ ਨਹੀਂ ਪਾਏਗਾ। तो भाव की है फिर वो आवागमन का चक्कर जो जिसमें पिछले श्लोक में बयान किया गया सी, वो उसके जीवन का रिजल्ट यही निकलेगा कि जेड़े मन के मगर लग के केवल ते केवल सारा जीवन का समा मायक पदार्थों की दौड़ के ही गवाते हैं, दिवस धंधे धावत गवा देंगे हैं, रहन सौ के गवा देंगे हैं, वो फिर आवागमन के गेड़ में मुड़ मुड़ के जलते मरते रहते हैं। और जो उस प्रभु की रजा ਦੇ ਵਿੱਚ ਰਾਜ਼ੀ ਰਹਿੰਦੇ ਹਨ, ਉਹਦੇ ਹੁਕਮ ਦੀ ਕਾਰ ਕਰਦੇ ਹਨ, ਹੁਕਮ ਨੂੰ ਮੰਨ ਕੇ ਉਹ ਸਦੀਵੀ ਸੁਖ ਪਾ ਲੈਂਦੇ ਹਨ, ਪ੍ਰਭੂ ਦੇ ਨਾਲ ਅਭੇਦਤਾ ਹਾਸਲ ਕਰ ਲੈਂਦੇ ਹਨ। ਸਭ ਇੱਕੋ ਹੁਕਮ ਵਰਤਦਾ, ਮੰਨਿਆ ਸੁਖ ਪਾਈ। ਇਹ ਮੰਨਿਆ ਲਫ਼ਜ਼ ਜਿਹੜਾ ਹੈ, ਇਹ ਜਿਹੜਾ ਹੈ ਇਹਦੇ ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਹੁਕਮ ਨੂੰ ਮੰਨਣਾ ਹੀ ਇਸ ਮਨੁੱਖਾ ਜੀਵਨ ਦਾ ਮਕਸਦ ਹੈ, ਪਰਪਸ ਹੈ। तो इतने ही वचन प्रवान करने की वही आप वाहिगुरू जी का खालसा वाहिगुरू।